ਪੰਜਾਬ ਗਵਰਨਮੈਂਟ ਵੱਲੋਂ ਤੁਹਾਨੂੰ ਅਵਾਰਡ ਮਿਲਿਆ ਸੀ, ਹੁਣ ਤੁਸੀਂ ਨੈਸ਼ਨਲ ਅਵਾਰਡ ਲੈਣ ਜਾ ਰਹੇ ਹੋ। 29 ਮਈ ਨੂੰ ਤੁਹਾਨੂੰ ਅਵਾਰਡ ਮਿਲਣ ਵਾਲਾ ਹੈ, ਕਿੱਦਾਂ ਫੀਲ ਕਰਦੇ ਹੋ? ਮੈਨੂੰ ਲੱਗ ਰਿਹਾ ਕਿ ਇੱਕ ਟੀਚਰ ਜਿਹੜਾ ਇੰਨੀ ਮਿਹਨਤ ਕਰ ਰਿਹਾ ਹੈ ਤੇ ਆਪਣੇ ਦਿਲ ਨਾਲ ਇੱਕ ਪੈਸ਼ਨ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤੇ ਉਹਦੇ ਜਿਹੜੇ ਐਫਰਟਸ ਨੇ ਉਹਨੂੰ ਰੈਕਗਨਾਈਜ਼ ਕਰਕੇ ਗਵਰਨਮੈਂਟ ਅਵਾਰਡ ਦੇ ਰਹੀ ਹੈ, ਤਾਂ ਮੈਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ। ਉਸ ਦਿਨ ਬੱਚਿਆਂ ਵਾਲੀ ਫੀਲਿੰਗ ਸਮਝ ਆ ਰਹੀ ਸੀ ਕਿ ਜਦੋਂ ਅਸੀਂ ਵੀ ਬੱਚਿਆਂ ਦਾ ਪੇਪਰ ਲੈਂਦੇ ਤਾਂ ਬੱਚੇ ਕੀ ਫੀਲ ਕਰਦੇ ਆ ਸਾਡੇ ਅੱਗੇ ਆ ਕੇ, ਤਾਂ ਮੈਨੂੰ ਵੀ ਉਸ ਦਿਨ ਉਹ ਬੱਚੇ ਵਾਲੀ ਹੀ ਫੀਲਿੰਗ ਆ ਰਹੀ ਸੀ ਕਿ ਮੈਂ ਅੱਜ ਇੱਕ ਐਗਜ਼ਾਮ ਦੇ ਰਹੀ ਹਾਂ, ਕਿ ਮੈਂ ਉਸ ਐਗਜ਼ਾਮ 'ਚ ਪਾਸ ਹੋਵਾਂਗੀ ਕਿ ਨਹੀਂ ਹੋਵਾਂਗੀ। ਖਾਸ ਗੱਲ ਹੈ ਜਿਹੜੀ ਹਮੇਸ਼ਾ ਸਾਨੂੰ ਸੁਣਨ ਨੂੰ ਮਿਲੀ ਹੈ ਕਿ ਮੈਮ ਨੂੰ ਆਫਰ ਬਹੁਤ ਆਉਂਦੇ ਪ੍ਰਾਈਵੇਟ ਸਕੂਲਸ ਤੋਂ, ਪਰ ਮੈਮ ਜਾਂਦੇ ਨਹੀਂ। ਮੈਨੂੰ ਪੂਰੀ ਸੈਟਿਸਫੈਕਸ਼ਨ ਹੈ ਦੈਟ ਆਈ ਐਮ ਗਿਵਿੰਗ ਮਾਈ ਬੈਸਟ ਟੂ ਦੋਜ਼ ਸੈਗਮੈਂਟ ਆਫ ਦ ਸਟੂਡੈਂਟਸ ਜੋ ਸ਼ਾਇਦ ਪ੍ਰਾਈਵੇਟ ਟਿਊਸ਼ਨਸ ਜਾਂ ਕੋਚਿੰਗਸ ਨਹੀਂ ਲੈ ਸਕਦੇ ਜਾਂ ਇੱਦਾਂ ਦੀ ਫੈਸਿਲਿਟੀਜ਼ ਨਹੀਂ ਅਵੇਲ ਕਰ ਸਕਦੇ। ਤੇ ਇਹ ਜਦੋਂ ਬੱਚੇ ਵਿਜ਼ੂਅਲਾਈਜ਼ ਕਰਕੇ ਦੇਖਦੇ ਆ, ਇੱਕ ਤਾਂ ਉਹਨਾਂ ਨੂੰ ਭੁੱਲਦਾ ਨਹੀਂ ਹੈ ਕਿ ਇਹ ਕਿਊਬ ਹੈ, ਕਿਊਬੋਇਡ ਹੈ, ਟ੍ਰਾਇੰਗੂਲਰ ਪ੍ਰਿਜ਼ਮ ਹੈ, ਇਹ ਪਿਰਾਮਿਡ ਹੈ। ਇੱਕ ਤਾਂ ਉਹਨਾਂ ਨੂੰ 3D ਸ਼ੇਪਸ ਯਾਦ ਹੋ ਜਾਂਦੀ ਹੈ, ਇੱਕ ਉਹਨਾਂ ਨੂੰ ਫੇਸਿਸ, ਵਰਟਿਸਿਸ, ਐਜਸ ਸਾਰਾ ਈਜ਼ੀਲੀ ਲਰਨ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ, ਮੈਂ ਹਾਂ ਪ੍ਰਬਲੀਨ ਕੌਰ। ਅਗਰ ਆਪਾਂ ਗੱਲਬਾਤ ਕਰਦੇ ਹਾਂ ਪੜ੍ਹਾਈ ਦੀ, ਤਾਂ ਪੜ੍ਹਾਈ ਦੇ ਵਿੱਚ ਬਹੁਤ ਸਾਰੇ ਸਬਜੈਕਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ, ਔਰ ਮੈਥਮੈਟਿਕਸ ਇਹੋ ਜਿਹਾ ਸਬਜੈਕਟ ਹੈ ਕੁਝ ਬੱਚੇ ਜਿਹੜੇ ਨੇ ਇਹਨੂੰ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਟਫ ਸਮਝਦੇ ਨੇ, ਔਰ ਮੈਥਮੈਟਿਕਸ ਦਾ ਭੂਤ ਜਿਹੜਾ ਹੈ ਉਹ ਰੁਮਾਨੀ ਅਹੂਜਾ ਮੈਮ ਸਾਡੇ ਨਾਲ ਮੌਜੂਦ ਨੇ। ਹਮੇਸ਼ਾ ਹੀ ਅਸੀਂ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਔਰ ਬਹੁਤ ਸੋਹਣੇ ਪ੍ਰੋਜੈਕਟਸ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ। ਕ੍ਰੀਏਟੀਵਿਟੀ ਦੇ ਨਾਲ ਜੇਕਰ ਤੁਸੀਂ ਕਿਸੇ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋ ਤਾਂ ਜ਼ਰੂਰ ਉਹ ਚੀਜ਼ ਜਿਹੜੀ ਹੈ ਈਜ਼ੀਲੀ ਸਿੱਖ ਸਕਦੇ ਹੋ। ਮੈਮ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪਹਿਲਾਂ ਮੈਮ ਨੂੰ ਜਿਹੜਾ ਹੈ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਅਵਾਰਡ ਮਿਲਿਆ ਸੀਗਾ, ਔਰ ਹੁਣ ਮੈਮ ਨੂੰ ਦਿੱਲੀ ਦੇ ਵਿੱਚ ਮਾਲਤੀ ਗਿਆਨ ਪੀਠ ਪੁਰਸਕਾਰ ਜਿਹੜਾ ਮਿਲਣ ਵਾਲਾ ਹੈ, ਔਰ ਦਿੱਲੀ ਦੇ ਵਿੱਚ ਹੈ ਜਿਹੜਾ ਮਿਲਣ ਵਾਲਾ। ਮੈਮ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਨਾਲ ਫੀਲ ਕਰ ਰਹੇ ਨੇ, ਕਿਉਂਕਿ ਪਹਿਲਾਂ ਇਹਨਾਂ ਨੂੰ ਸਟੇਟ ਗਵਰਨਮੈਂਟ ਦੇ ਵੱਲੋਂ ਅਵਾਰਡ ਮਿਲਿਆ ਸੀ ਔਰ ਹੁਣ ਇਹਨਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹੋਰ ਵਧਣ ਵਾਲੀ ਹੈ। ਔਰ ਇਸ ਵੇਲੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਨਾਂ ਕੋਲ ਪ੍ਰੋਜੈਕਟਸ ਮੌਜੂਦ ਨੇ, ਅਸੀਂ ਪਹਿਲਾਂ ਵੀ ਦਿਖਾਏ ਹੋਏ ਨੇ, ਬਟ ਹਰ ਵੇਲੇ ਨਵੀਂ ਚੀਜ਼ਾਂ ਦੇਖਣ ਨੂੰ ਮਿਲਦੀਆਂ। ਹਰ ਇੱਕ ਕਲਾਸ ਦੇ ਅਕੋਰਡਿੰਗ ਇਹਨਾਂ ਦੇ ਵੱਲੋਂ ਤਿਆਰੀ ਕੀਤੀ ਜਾਂਦੀ ਹੈ। ਜੇ ਟੀਚਰ ਮਿਹਨਤੀ ਹੋਵੇ ਤਾਂ ਬੱਚੇ ਕਿਵੇਂ ਨਹੀਂ ਮਿਹਨਤ ਕਰਕੇ ਅੱਗੇ ਆਪਣਾ ਜਿਹੜਾ ਕਹਿ ਸਕਦੇ ਹੋ ਵੀ ਵਧੀਆ ਸਕੋਰ ਕਰਨਗੇ, ਕਿਉਂਕਿ ਮੈਥਸ ਜਿਹੜਾ ਸਬਜੈਕਟ ਹੁੰਦਾ ਨਾ, ਹਰ ਬੱਚਾ ਜਿਹੜਾ ਆ ਕੇ ਡਰ ਜਾਂਦਾ ਹੈ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਕੋਈ ਨਾ ਕੋਈ ਟੌਪਿਕ ਜਿਹੜਾ ਹੈ ਉਸ ਨੂੰ ਪਿੱਛੇ ਖਿੱਚ ਦਿੰਦਾ। ਤਾਂ ਇੱਕ ਬਹੁਤ ਵੱਡਾ ਭੂਤ ਮੈਮ ਉਤਾਰਦੇ ਨੇ ਬੱਚਿਆਂ ਦਾ ਮੈਥਸ ਦਾ। ਮੈਮ ਨਾਲ ਗੱਲਬਾਤ ਕਰਦੇ ਹਾਂ। ਮੈਮ ਕਿੱਦਾਂ ਫੀਲ ਕਰਦੇ ਹੋ, ਕਿਉਂਕਿ ਪਹਿਲਾਂ ਗੱਲਬਾਤ ਕੀਤੀ ਜਾਂਦੀ ਸੀ ਤਾਂ ਪਹਿਲਾਂ ਪੰਜਾਬ ਗਵਰਨਮੈਂਟ ਵੱਲੋਂ ਤੁਹਾਨੂੰ ਅਵਾਰਡ ਮਿਲਿਆ ਸੀ, ਹੁਣ ਤੁਸੀਂ ਨੈਸ਼ਨਲ ਅਵਾਰਡ ਲੈਣ ਜਾ ਰਹੇ ਹੋ। 29 ਮਈ ਨੂੰ ਤੁਹਾਨੂੰ ਅਵਾਰਡ ਮਿਲਣ ਵਾਲਾ ਹੈ, ਕਿੱਦਾਂ ਫੀਲ ਕਰਦੇ ਹੋ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਮੈਨੂੰ ਲੱਗ ਰਿਹਾ ਕਿ ਇੱਕ ਟੀਚਰ ਜਿਹੜਾ ਇੰਨੀ ਮਿਹਨਤ ਕਰ ਰਿਹਾ ਹੈ ਤੇ ਆਪਣੇ ਦਿਲ ਨਾਲ ਇੱਕ ਪੈਸ਼ਨ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤੇ ਉਹਦੇ ਜਿਹੜੇ ਐਫਰਟਸ ਨੇ ਉਹਨੂੰ ਰੈਕਗਨਾਈਜ਼ ਕਰਕੇ ਗਵਰਨਮੈਂਟ ਅਵਾਰਡ ਦੇ ਰਹੀ ਹੈ, ਤਾਂ ਮੈਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ ਜੀ। ਸਿਲੈਕਸ਼ਨ ਕਿਵੇਂ ਹੋਈ ਸੀ, ਕਿਉਂਕਿ ਇਹ ਚੀਜ਼ ਜਿਹੜੀ ਹੈ ਨੌਲੇਜ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਵੀ। ਤੁਸੀਂ ਪਹਿਲਾਂ ਸਟੇਟ ਗਵਰਨਮੈਂਟ ਤੋਂ ਅਵਾਰਡ ਲਿੱਤਾ, ਉਸ ਤੋਂ ਬਾਅਦ ਤੁਸੀਂ ਇੱਥੇ ਸਿਲੈਕਟ ਹੋਏ ਹੋ, ਕਿਵੇਂ ਪਹੁੰਚੇ ਇਸ ਤੱਕ? ਸਭ ਤੋਂ ਪਹਿਲਾਂ ਅਸੀਂ ਇਹਦੇ ਵਾਸਤੇ ਆਪਣੇ ਕੇਸ ਤਿਆਰ ਕਰਕੇ ਭੇਜਿਆ, ਜਿਹਦੇ 'ਚ ਅਸੀਂ ਹੁਣ ਤੱਕ ਦੇ ਜਿੰਨੇ ਵੀ ਕੰਮ ਕੀਤੇ ਹੈ, ਚਾਹੇ ਉਹ ਐਕਸਟਰਾ ਕਰਿਕੂਲਰ ਹੈ, ਚਾਹੇ ਅਕੈਡਮਿਕਸ ਦੇ ਨਾਲ ਹੈ, ਜਾਂ ਸਾਡੇ ਰਿਜ਼ਲਟਸ ਨੇ ਜੋ ਕਿ ਹਾਲੇ ਤੱਕ 100% ਰਹੇ ਹੈ, ਉਹ ਤਿਆਰ ਕਰਕੇ ਭੇਜੇ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸ਼ਾਰਟਲਿਸਟ ਕਰਕੇ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਮੈਸੇਜ ਭੇਜਿਆ ਕਿ 13 ਮਈ ਨੂੰ ਚੰਡੀਗੜ੍ਹ ਵਿੱਚ PhD ਚੈਂਬਰ ਹੈ ਉੱਥੇ ਟ੍ਰਿਬਿਊਨ ਰੋਡ ਦੇ ਉੱਤੇ, ਤਾਂ ਉੱਥੇ ਸਾਡਾ ਇੱਕ ਐਗਜ਼ਾਮ ਹੋਇਆ। ਦੋ ਤਰ੍ਹਾਂ ਦੇ ਐਗਜ਼ਾਮ ਸੀਗੇ, ਇੱਕ ਸੀਗਾ GK ਰਿਲੇਟਡ ਟੂ ਜਨਰਲ ਨੌਲੇਜ ਐਂਡ ਵਨ ਵਾਸ ਫॉर ਦੀ ਸਬਜੈਕਟ, ਜਿਹੜੇ ਸਬਜੈਕਟ ਵਾਸਤੇ ਅਸੀਂ ਅਪਲਾਈ ਕੀਤਾ। ਲਾਈਕ ਮੈਂ ਮੈਥਮੈਟਿਕਸ ਦੀ ਹਾਂ ਤਾਂ ਮੇਰਾ ਮੈਥਸ ਦਾ ਟੈਸਟ ਹੋਇਆ। ਉਹਨਾਂ ਨੇ ਕਿਹਾ ਕਿ ਬੀਇੰਗ ਅ ਟੀਚਰ ਕਿ ਤੁਹਾਡੀ ਜਨਰਲ ਨੌਲੇਜ ਵੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ। ਉਸ ਤੋਂ ਬਾਅਦ ਸਾਡਾ ਮੈਥਸ ਦਾ ਜਿਹੜਾ ਹੋਇਆ ਉਹਦੇ 'ਚ ਸਾਡਾ ਰਿਟਨ ਵੀ ਹੋਇਆ ਤੇ ਓਰਲ ਵਾਈਵਾ ਵੀ ਹੋਇਆ, ਜਿੱਦਾਂ ਅਸੀਂ ਪ੍ਰੈਕਟੀਕਲ ਤੋਂ ਬਾਅਦ ਬੱਚਿਆਂ ਨੂੰ ਵਾਈਵਾ ਕੁਐਸਚਨਸ ਪੁੱਛਦੇ ਆ, ਤੇ ਉੱਥੇ ਸਬਜੈਕਟ ਐਕਸਪਰਟ ਆਏ ਹੋਏ ਸੀ ਤਾਂ ਉਹਨਾਂ ਨੇ ਸਾਡੇ ਤੋਂ ਵਾਈਵਾ ਦੇ ਕੁਐਸਚਨਸ ਪੁੱਛੇ ਮੈਥਸ ਦੇ। ਤੇ ਇਹ ਦੋ ਰਿਟਨ ਐਗਜ਼ਾਮਸ ਦੇ ਬਾਅਦ ਉਹਨਾਂ ਨੇ ਸਾਡੀ ਸਕਰੀਨਿੰਗ ਕੀਤੀ, ਜਿੰਦੇ 'ਚ ਉਹਨਾਂ ਨੇ ਸਾਰੇ ਸਾਡੇ ਸਰਟੀਫਿਕੇਟਸ, ਡਾਕੂਮੈਂਟਸ ਸਭ ਕ੍ਰਾਸ ਵੈਰੀਫਾਈ ਕੀਤੇ ਜਿਹੜੇ ਅਸੀਂ ਆਲਰੇਡੀ ਭੇਜੇ ਸੀ। ਐਂਡ ਆਫਟਰ ਦੈਟ ਕੇਮ ਦ ਮੇਨ, ਦੈਟ ਵਾਸ ਜਿਊਰੀ ਇੰਟਰਵਿਊ। ਇੱਕ ਸਾਡਾ ਜਿਊਰੀ ਇੰਟਰਵਿਊ ਹੋਇਆ ਜਿਹਦੇ ਵਿੱਚ ਦੇਰ ਵਾਜ਼ ਅ ਪੈਨਲ ਆਫ 8 to 10 people and they all were very renowned educationists, industrialists, IAS, PCS officers. ਉਹਨਾਂ ਨੇ ਸਾਨੂੰ ਜਨਰਲ ਕੁਐਸਚਨਸ ਪੁੱਛੇ। ਮੈਨੂੰ ਜਿਹੜੇ ਪੁੱਛੇ ਗਏ ਸੀ, one was what is the importance of mathematics, ਕਿ ਮੈਥਮੈਟਿਕਸ ਹੈ ਕੀ ਹੈ, ਐਂਡ ਦੀ ਸੈਕਿੰਡ ਵਾਜ਼ ਉਹਨਾਂ ਨੇ ਮੈਨੂੰ ਇੱਕ ਔਨ ਦਾ ਸਪੌਟ ਕੁਐਸਚਨ ਬਣਾ ਕੇ ਦਿੱਤਾ, ਡਾਇਗਰਾਮ, ਜਿਓਮੈਟ੍ਰਿਕ ਕੁਐਸਚਨ ਸਰਕਲਸ ਨਾਲ ਰਿਲੇਟਡ, ਕਿ ਉਹਨੂੰ ਸੋਲਵ ਕਰਨਾ ਸੀ। ਐਂਡ ਆਈ ਅਟੈਂਪਟਡ ਬੋਥ ਦੀ ਕੁਐਸਚਨਸ ਵੈਰੀ ਕੌਨਫੀਡੈਂਟਲੀ ਐਂਡ ਦੇ ਵਰ ਇੰਪ੍ਰੈਸਡ ਬਾਈ ਮੀ। ਅਤੇ ਉਹਨਾਂ ਨੇ ਔਨ ਦਾ ਸਪੌਟ ਹੀ 4 o'clock ਜਦੋਂ ਰਿਜ਼ਲਟਸ ਅਨਾਊਂਸ ਕੀਤੇ, ਦੈਨ ਜਦੋਂ ਮੈਥਸ ਵਾਸਤੇ ਮੇਰਾ ਨੇਮ ਅਨਾਊਂਸ ਹੋਇਆ, ਦੈਨ ਆਈ ਫੈਲਟ ਵੈਰੀ ਹੈਪੀ
ਕਿ ਮੇਰੀ ਮਿਹਨਤ ਸਫਲ ਹੋ ਗਈ। ਬਿਲਕੁਲ ਮੈਮ, ਜਦੋਂ ਤੁਸੀਂ ਐਗਜ਼ਾਮ ਦੇ ਰਹੇ ਸੀਗੇ ਉਦੋਂ ਡਰ ਨਹੀਂ ਲੱਗ ਰਿਹਾ ਸੀ ਕਿਤੇ ਅਸੀਂ ਬੱਚਿਆਂ ਦੇ ਪੇਪਰ ਲੈਣੇ ਆ, ਅੱਜ ਸਾਨੂੰ ਪੇਪਰ ਦੇਣ ਜਾਣਾ ਪੈ ਰਿਹਾ, ਔਰ ਉਹ ਵੀ ਸਟੈਪ ਬਾਏ ਸਟੈਪ, ਕਿਉਂਕਿ ਬਹੁਤ ਸਾਰੇ ਤੁਸੀਂ ਦੱਸਿਆ ਵੀ IAS ਬੈਠੇ ਹੋਏ ਸੀ, PCS ਬੈਠੇ ਸੀ, ਤਾਂ ਉਦੋਂ ਘਬਰਾਹਟ ਨਹੀਂ ਫੀਲ ਹੋਈ ਕਿ ਮੈਂ ਪਹਿਲਾਂ ਐਗਜ਼ਾਮ ਲੈਂਦੀ ਹੁੰਦੀ ਸੀ, ਹੁਣ ਮੈਨੂੰ ਇੱਥੇ ਆ ਕੇ ਕਲੀਅਰ ਕਰਨ ਦੀ ਪੂਰੀ ਡਰ? ਉਸ ਦਿਨ ਬੱਚਿਆਂ ਵਾਲੀ ਫੀਲਿੰਗ ਸਮਝ ਆ ਰਹੀ ਸੀ ਕਿ ਜਦੋਂ ਅਸੀਂ ਵੀ ਬੱਚਿਆਂ ਦਾ ਪੇਪਰ ਲੈਂਦੇ ਤਾਂ ਬੱਚੇ ਕੀ ਫੀਲ ਕਰਦੇ ਆ ਸਾਡੇ ਅੱਗੇ ਆ ਕੇ, ਤਾਂ ਮੈਨੂੰ ਵੀ ਉਸ ਦਿਨ ਉਹ ਬੱਚੇ ਵਾਲੀ ਹੀ ਫੀਲਿੰਗ ਆ ਰਹੀ ਸੀ ਕਿ ਮੈਂ ਅੱਜ ਇੱਕ ਐਗਜ਼ਾਮ ਦੇ ਰਹੀ ਹਾਂ, ਕਿ ਮੈਂ ਉਸ ਐਗਜ਼ਾਮ 'ਚ ਪਾਸ ਹੋਵਾਂਗੀ ਕਿ ਨਹੀਂ ਹੋਵਾਂਗੀ। ਉਹੀ ਬਿਲਕੁਲ ਬੱਚਿਆਂ ਵਾਲੀ ਹੀ ਫੀਲਿੰਗ ਸੀ। ਤਾਂ ਰਿਅਲਾਈਜ਼ ਹੋਇਆ ਕਿ ਬੱਚੇ ਵੀ ਕਿਸ ਫੇਜ਼ ਤੋਂ ਗੁਜ਼ਰਦੇ ਆ, ਕੀ ਫੀਲਿੰਗਸ ਹੁੰਦੀਆਂ ਉਹਨਾਂ ਦੀ। ਪਰ ਬੱਚਿਆਂ ਨੂੰ ਵੀ ਆ ਕੇ ਮੈਂ ਸਾਰਾ ਐਕਸਪੀਰੀਅੰਸ ਸ਼ੇਅਰ ਕੀਤਾ, ਜਿਹੜੀ ਕਲਾਸਿਸ ਮੈਂ ਪੜ੍ਹਾਉਂਦੀ ਹਾਂ। ਮੈਂ ਆਪਣੇ 6th ਸਟੈਂਡਰਡ ਵਿੱਚ, 7th ਵਿੱਚ, 8th ਵਿੱਚ, 10th ਵਿੱਚ ਸਾਰੀ ਕਲਾਸਿਸ ਦੇ ਬੱਚਿਆਂ ਨਾਲ ਮੈਂ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਉਹਨਾਂ ਨੂੰ ਮੈਂ 2 ਚੀਜ਼ਾਂ ਦੱਸੀਆਂ ਕਿ ਤੁਸੀਂ ਜ਼ਰੂਰ ਫੋਲੋ ਕਰਨੀ ਹੈ। ਇੱਕ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਿਊਜ਼ਪੇਪਰ ਜ਼ਰੂਰ ਪੜ੍ਹਨੀ ਹੈ, ਜੋ ਮੈਨੂੰ ਵੀ ਲੱਗਿਆ ਕਿ ਸ਼ਾਇਦ ਮੇਰਾ ਵੀ ਵੀਕ ਪੁਆਇੰਟ ਹੈਗਾ ਕਿ ਮੈਂ ਵੀ ਨਿਊਜ਼ਪੇਪਰ ਨਹੀਂ ਪੜ੍ਹਦੀ, ਤਾਂ ਮੈਨੂੰ ਵੀ ਪੜ੍ਹਨੀ ਚਾਹੀਦੀ ਹੈ। ਤੇ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਐਜ਼ ਟੀਚਰਸ ਤੁਸੀਂ ਵੀ ਪੜ੍ਹੋ, ਤਾਂ ਜਾ ਕੇ ਆਪਣੇ ਬੱਚਿਆਂ ਨੂੰ ਵੀ ਮੋਟੀਵੇਟ ਕਰੋ, ਕਿਉਂਕਿ ਤੁਸੀਂ ਜਾ ਕੇ 300-400 ਬੱਚਿਆਂ ਨਾਲ ਡੀਲ ਕਰਨਾ ਹੈ, ਤੇ ਤੁਸੀਂ ਜਾ ਕੇ ਜੇ ਮੈਸੇਜ ਸਪਰੈਡ ਕਰੋਗੇ ਤਾਂ ਬੱਚੇ ਜ਼ਰੂਰ ਕਰਨਗੇ। ਤੇ ਸੈਕਿੰਡ ਥਿੰਗ ਮੈਂ ਉਹਨਾਂ ਨੂੰ ਜਿਹੜੀ ਉੱਥੇ ਲਰਨ ਕੀਤੀ, ਮੈਂ ਜਿੱਥੇ ਵੀ ਅਟੈਂਪਟ ਕੀਤਾ, ਜਿਊਰੀ ਇੰਟਰਵਿਊ ਵੀ ਦਿੱਤਾ, ਉਹਨਾਂ ਨੇ ਮੈਨੂੰ ਕੁਐਸਚਨ ਪੁੱਛਿਆ, ਆਈ ਸਟਾਰਟਡ ਵਿਦ ਦ ਕੋਟੇਸ਼ਨ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਵੀ ਕਿਸੇ ਨੂੰ ਇੰਪ੍ਰੈਸਿਵਲੀ ਦੱਸਣਾ ਹੈ ਤਾਂ ਤੁਸੀਂ ਕੋਟੇਸ਼ਨ ਤੋਂ ਸ਼ੁਰੂ ਕਰੋ। ਜਦੋਂ ਉਹਨਾਂ ਨੇ ਮੈਨੂੰ ਜਿਊਰੀ ਇੰਟਰਵਿਊ 'ਚ ਪਹਿਲਾ ਕੁਐਸਚਨ ਪੁੱਛਿਆ, ਵਾਟ ਇਜ਼ ਦ ਇੰਪੋਰਟੈਂਸ ਆਫ ਮੈਥਮੈਟਿਕਸ, ਉੱਥੇ ਮੈਂ ਸ਼ਕੁੰਤਲਾ ਦੇਵੀ ਜੀ ਦੀ ਕੋਟੇਸ਼ਨ ਸਭ ਤੋਂ ਪਹਿਲਾਂ ਕੋਟ ਕੀਤੀ ਕਿ ਵਿਦਾਊਟ ਮੈਥਮੈਟਿਕਸ ਦੇयर ਇਜ਼ ਨਥਿੰਗ, everything around you is mathematics and everything around you is numbers, ਕਿ ਸਾਡੇ ਆਲੇ ਦੁਆਲੇ ਸਭ ਕੁਝ ਮੈਥਸ ਹੀ ਹੈ, ਤੇ ਮੈਥਸ ਤੋਂ ਬਿਨਾਂ ਸਾਡੀ ਜ਼ਿੰਦਗੀ ਹੈ ਹੀ ਨਹੀਂ ਪੋਸੀਬਲ। ਇਸੇ ਤਰ੍ਹਾਂ ਮੈਂ ਪਾਇਥਾਗੋਰਸ ਦੀ ਤੇ ਗੈਲੀਲੀਓ ਦੀ 2-3 ਕੋਟੇਸ਼ਨਸ ਲਰਨ ਕਰਕੇ ਗਈ ਸੀ, ਤੇ ਮੈਂ ਉਹਨਾਂ ਨੂੰ ਕਈ ਦੱਸੀਆਂ, ਤੇ ਇੱਕ ਬੜਾ ਹੀ ਪੋਜ਼ਿਟਿਵ ਇੰਪੈਕਟ ਪਿਆ ਉਹਨਾਂ 'ਤੇ। ਤੇ ਮੈਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਇੱਕ ਕੋਟੇਸ਼ਨ ਕਾਪੀ ਲਗਾਓ, ਡੇਲੀ ਦੀ ਉਹਦੇ 'ਚ 2 ਜਾਂ 3 ਕੋਟੇਸ਼ਨਸ ਲਿਖੋ, ਚਾਹੇ ਉਹ ਜਨਰਲ ਹੋਵੇ, ਚਾਹੇ ਇਨਵਾਇਰਨਮੈਂਟ ਨਾਲ ਰਿਲੇਟਡ, ਚਾਹੇ ਸਬਜੈਕਟ ਨਾਲ ਰਿਲੇਟਡ, ਐਨੀਥਿੰਗ। ਇੱਕ ਤਾਂ ਤੁਹਾਨੂੰ ਪੋਜ਼ਿਟਿਵ ਮੋਟੀਵੇਸ਼ਨ ਦਿੰਦੀ ਹੈ, ਤੇ ਸੈਕਿੰਡ ਤੁਸੀਂ ਜਦੋਂ ਵੀ ਕਿਸੇ ਇੰਟਰਵਿਊ 'ਚ ਫੇਸ ਕਰਦੇ ਹੋ ਜਾਂ ਕਿਤੇ ਵੀ ਤੁਸੀਂ ਕਿਸੇ ਵੀ ਰਿਨਾਊਂਡ ਪਰਸਨ ਦੇ ਸਾਹਮਣੇ ਜਾ ਕੇ ਆਪਣਾ ਕੋਈ ਐਕਸਪ੍ਰੈਸ਼ਨ ਦੇਣਾ ਹੈ, ਜੇ ਤੁਸੀਂ ਕੋਟੇਸ਼ਨ ਨਾਲ ਸ਼ੁਰੂ ਕਰਦੇ ਹੋ ਤਾਂ ਦੈਟ ਗਿਵਸ ਅ ਵੈਰੀ ਪੋਜ਼ਿਟਿਵ ਇੰਪੈਕਟ। ਬਿਲਕੁਲ, ਜਦੋਂ ਕੋਈ ਕੋਟੇਸ਼ਨ ਤੁਸੀਂ ਬੋਲ ਦਿੰਦੇ ਹੋ ਤਾਂ ਸ਼ਾਇਦ ਸਾਹਮਣੇ ਵਾਲੇ ਨੂੰ ਇਹ ਲੱਗੇਗਾ ਵੀ ਮੇਰੇ ਤੋਂ ਵੱਧ ਸਟੱਡੀ ਇਹਨੇ ਕੀਤੀ ਹੋਈ ਹੈ ਉਸ ਟੌਪਿਕ। ਹਾਂਜੀ ਬਿਲਕੁਲ, ਹੁਣ ਜਿੱਦਾਂ ਮੈਂ ਪਾਇਥਾਗੋਰਸ ਦੀ ਬੋਲੀ ਸੀ, ਨੰਬਰਸ ਰੂਲ ਦ ਯੂਨੀਵਰਸ, ਤੇ ਮਤਲਬ ਕਿ ਲੱਗਦਾ ਹੈ ਕਿ ਹਾਂ ਬਈ ਬੰਦੇ ਨੂੰ ਸੱਚੀ ਨੌਲੇਜ ਹੈ, ਸਮਝ ਹੈ ਚੀਜ਼ ਦੀ, ਤਾਂ ਹੀ ਉਹ ਬੰਦਾ ਕੋਟੇਸ਼ਨ ਬੋਲ ਰਿਹਾ, ਐਂਡ ਦੈਟ ਟੂ ਵਿਦ ਆਥਰ ਤੁਸੀਂ ਲਰਨ ਕਰੋ ਤਾਂ ਜ਼ਿਆਦਾ ਇੰਪੈਕਟ ਦਿੰਦੀ ਹੈ। 2013 ਦੇ ਵਿੱਚ ਸ਼ੁਰੂਆਤ ਹੋਈ ਸੀ ਇਸ ਅਵਾਰਡ ਮਿਲਣ ਨੂੰ। ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਪਹਿਲਾਂ ਵੀ ਤੁਸੀਂ ਕਦੀ ਸੋਚਿਆ ਸੀਗਾ, ਕਦੀ ਮਾਈਂਡ 'ਚ ਆਇਆ ਸੀ ਕਿ ਹੁਣ ਇੱਕ ਵਾਰੀ ਜਦੋਂ ਸਟੇਟ ਗਵਰਨਮੈਂਟ ਤੋਂ ਮਿਲਿਆ ਉਦੋਂ ਕਦੀ ਮਾਈਂਡ 'ਚ ਆਇਆ ਸੀ ਕਿ ਮੈਂ ਅਗਲੀ ਵਾਰੀ ਅਪਲਾਈ ਕਰੂੰਗੀ, ਮੈਂ ਟਰਾਈ ਜ਼ਰੂਰ ਕਰਨਾ ਚਾਹੁੰਦੀ ਹਾਂ? ਇਹ ਤਾਂ ਹੈ, ਕਹਿੰਦੇ ਨਾ ਕਿ ਜਿਹੜੀ ਚੀਜ਼ ਦੀ ਲੱਤ ਲੱਗ ਜਾਂਦੀ ਹੈ ਉਹ ਮਾੜੀ ਹੀ ਹੁੰਦੀ ਹੈ। ਤਾਂ ਮੈਨੂੰ ਲੱਗਦਾ ਕਿ ਜੇ ਮੈਂ ਮਿਹਨਤ ਕਰ ਰਹੀ ਹਾਂ ਤਾਂ ਮੈਂ ਇੱਦਾਂ ਦੇ ਅਵਾਰਡਸ ਵਾਸਤੇ, ਮੈਨੂੰ ਲੱਗਦਾ ਹਲੇ ਵੀ ਅੱਗੇ ਵੀ ਮੈਨੂੰ ਅਪਲਾਈ ਕਰਦੀ ਰਵਾਂਗੀ, ਤੇ ਹਲੇ ਮੇਰਾ ਸਫ਼ਰ ਬਹੁਤ ਲੰਬਾ ਹੈ। ਸ਼ਾਇਦ ਮੈਂ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਵੀ ਅਪਲਾਈ ਕਰਾਂ, ਤੇ ਆਪਣੇ ਸ਼ਹਿਰ ਲੁਧਿਆਣਾ ਦਾ ਤੇ ਆਪਣੇ ਸਾਰੇ ਫਰੈਂਡਸ ਦਾ, ਕੋਲੀਗਸ ਦਾ, ਸਾਰਿਆਂ ਦਾ ਨਾਂ ਰੌਸ਼ਨ ਕਰਾਂ। ਬਿਲਕੁਲ, ਇੱਕ ਖਾਸ ਗੱਲ ਹੈ ਜਿਹੜੀ ਹਮੇਸ਼ਾ ਸਾਨੂੰ ਸੁਣਨ ਨੂੰ ਮਿਲੀ ਹੈ ਕਿ ਮੈਮ ਨੂੰ ਆਫਰ ਬਹੁਤ ਆਉਂਦੇ ਪ੍ਰਾਈਵੇਟ ਸਕੂਲਸ ਤੋਂ, ਪਰ ਮੈਮ ਜਾਂਦੇ ਨਹੀਂ। ਇਹ ਕੀ ਕਾਰਨ ਹੈ? ਕਿਉਂਕਿ ਗੱਲਬਾਤ ਕੀਤੀ ਜਾਵੇ, ਤੁਸੀਂ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹਾਉਂਦੇ ਹੋ, ਤੁਸੀਂ ਆਪਣੀ ਕਲਾਸ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਹੋ, ਪ੍ਰਾਈਵੇਟ ਸਕੂਲ ਦੇ ਵਿੱਚ ਤੁਸੀਂ ਕਿਉਂ ਨਹੀਂ ਜਾਣਾ ਚਾਹੁੰਦੇ? ਕੀ ਰੀਜ਼ਨ ਕੀ ਉਹਦਾ? ਮੈਂ ਇੱਥੇ ਬਹੁਤ ਹੈਪੀ ਤੇ ਸੈਟਿਸਫਾਈਡ ਹਾਂ। ਕਹਿੰਦੇ ਨੇ ਕਿ ਜਿੱਥੇ ਤੁਹਾਨੂੰ ਇੱਕ ਸੈਟਿਸਫੈਕਸ਼ਨ ਲੈਵਲ ਮਿਲ ਜਾਂਦਾ ਹੈ, ਉੱਥੇ ਯੂ ਫੀਲ ਹੈਪੀ। ਤਾਂ ਮੈਨੂੰ ਲੱਗਦਾ ਕਿ ਇੱਥੇ ਰਹਿ ਕੇ, ਸਰਕਾਰੀ ਸਕੂਲ 'ਚ ਰਹਿ ਕੇ, ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਕੇ ਮੈਨੂੰ ਪੂਰੀ ਸੈਟਿਸਫੈਕਸ਼ਨ ਹੈ ਦੈਟ ਆਈ ਐਮ ਗਿਵਿੰਗ ਮਾਈ ਬੈਸਟ ਟੂ ਦੋਜ਼ ਸੈਗਮੈਂਟ ਆਫ ਦ ਸਟੂਡੈਂਟਸ ਜੋ ਸ਼ਾਇਦ ਪ੍ਰਾਈਵੇਟ ਟਿਊਸ਼ਨਸ ਜਾਂ ਕੋਚਿੰਗਸ ਨਹੀਂ ਲੈ ਸਕਦੇ ਜਾਂ ਇੱਦਾਂ ਦੀ ਫੈਸਿਲਿਟੀਜ਼ ਨਹੀਂ ਅਵੇਲ ਕਰ ਸਕਦੇ। ਤਾਂ ਮੈਨੂੰ ਲੱਗਦਾ ਹੈ ਦੈਟ ਆਈ ਐਮ ਵੈਰੀ ਹੈਪੀ ਐਂਡ ਸੈਟਿਸਫਾਈਡ ਐਂਡ ਕੰਟੈਂਟਡ ਟੂ ਰੈਂਡਰ ਮਾਈ ਸਰਵਿਸਿਜ਼ ਇਨ ਦ ਗਵਰਨਮੈਂਟ ਡਿਪਾਰਟਮੈਂਟ। ਬਹੁਤ ਖੂਬ। ਤਾਂ ਮੈਮ ਹੁਣ ਕਿਹੜਾ ਪ੍ਰੋਜੈਕਟ ਹੈ ਜਿਹੜਾ ਸਾਨੂੰ ਦਿਖਾਉਣ ਲੱਗੇ ਹੋ ਅੱਜ? ਕੀ ਕਿਹੜੀ ਖਾਸ ਪ੍ਰੋਜੈਕਟ ਦੀ ਜਿਹੜੀ ਤਿਆਰੀ ਕੀਤੀ ਹੋਈ ਹੈ? ਦੇਖੋ, ਮੈਂ ਵੈਸੇ ਅਲੱਗ-ਅਲੱਗ ਕਲਾਸਿਸ ਵਾਸਤੇ ਫਾਈਲਸ ਬਣਾਈਆਂ ਹੋਈਆਂ। ਇਹ ਵਾਲੀ ਜਿੱਦਾਂ 1st to 5th ਵਾਸਤੇ ਬਣਾਈ ਹੈ, ਇਹ 9th to 10th ਵਾਸਤੇ ਬਣਾਈ ਹੈ, 6th to 8th ਵਾਸਤੇ ਐਕਟੀਵਿਟੀਜ਼ ਬਣਾਈ ਹੈ। ਇਹਦੇ 'ਚ ਅਲੱਗ-ਅਲੱਗ ਐਕਟੀਵਿਟੀਜ਼ ਨੇ। ਜਿੱਦਾਂ ਹੁਣ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਹੁਣ ਆਪਾਂ ਇਹ ਜਿੱਦਾਂ ਸਰਕਲ ਦਾ ਮੈਂ ਬਣਾਇਆ, ਤੇ ਇਹਦੇ 'ਚ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਜਿੱਦਾਂ, ਤੇ ਇਹ ਸਰਕਲਸ ਦੀ ਫ੍ਰੈਕਸ਼ਨ ਦੀ ਬੜੀ ਵਧੀਆ ਐਕਟੀਵਿਟੀ ਬਣਦੀ ਹੈ। ਜਿੱਦਾਂ ਹੁਣ ਇਹ ਸਰਕਲ ਹੈ, ਇਹਦੇ 2 ਪਾਰਟਸ ਕਰਤੇ ਆਪਾਂ, ਬੱਚਿਆਂ ਨੂੰ ਫ੍ਰੈਕਸ਼ਨ ਸਿਖਾਉਂਦੇ ਹਾਂ। ਸੋ ਦਿਸ ਇਜ਼ 1/2 1/2। ਦੈਨ ਇਸੇ ਦੇ ਵਿੱਚ ਨੈਕਸਟ ਮੈਂ ਐਡ ਕੀਤਾ, ਉਸੇ ਸਰਕਲ ਦੇ ਮੈਂ 3 ਪਾਰਟਸ ਕਰਤੇ। ਸੋ ਦਿਸ ਇਜ਼ ਰਿਪਰੈਜ਼ੈਂਟਿੰਗ ਦ ਫ੍ਰੈਕਸ਼ਨ 1/3। ਐਂਡ ਦੈਨ ਨੈਕਸਟ
ਮੈਂ ਸਰਕਲ ਦੇ 4 ਪਾਰਟਸ ਕਰਤੇ ਇਕੁਅਲ 1/4 ਤਾਂ ਜਦੋਂ ਬੱਚਾ ਇਹਨੂੰ ਵਿਜ਼ੂਅਲਾਈਜ਼ ਕਰਕੇ ਦੇਖਦਾ ਹੈ ਜੀ ਕਿ ਇੱਕ ਸਰਕਲ ਦਾ ਸਾਈਜ਼ ਉਹੀ ਹੈ, ਰੇਡੀਅਸ ਉਹੀ ਹੈ, ਡਾਇਮੈਂਸ਼ਨਸ ਉਹੀ ਹੈ, ਤੇ ਉਹਦੇ ਡਿਫਰੈਂਟ ਨੰਬਰ ਆਫ ਪਾਰਟਸ ਕਰਤੇ ਤਾਂ ਉਹਨੂੰ ਫ੍ਰੈਕਸ਼ਨਸ ਦਾ ਕਨਸੈਪਟ ਬਿਲਕੁਲ ਕਲੀਅਰ ਹੋ ਜਾਂਦਾ ਹੈ। ਹੁਣ 6 ਪਾਰਟਸ ਕੀਤੇ ਤਾਂ ਐਵਰੀ ਪਾਰਟ ਇਜ਼ 1/6, ਉਸੇ ਤਰ੍ਹਾਂ 7 ਪਾਰਟਸ ਕੀਤੇ ਤਾਂ ਐਵਰੀ ਪਾਰਟ ਇਜ਼ 1/7। ਤਾਂ ਇਹ TLM ਮੈਂ ਬਣਾਈ ਸੀ ਬੱਚਿਆਂ ਨੂੰ ਫ੍ਰੈਕਸ਼ਨਸ ਐਕਸਪਲੇਨ ਕਰਨ ਵਾਸਤੇ। ਉਸੇ ਤਰ੍ਹਾਂ ਬੱਚਿਆਂ ਨੂੰ ਇੱਕ ਟੇਬਲਸ ਦੀ ਐਕਟੀਵਿਟੀ ਕਰਾਉਣ ਵਾਸਤੇ ਇਹ ਵਾਲਾ ਬਣਾਇਆ ਸੀ ਕਿ ਜਿੱਦਾਂ ਹੁਣ ਬੱਚਿਆਂ ਨੂੰ ਇੰਗੇਜ ਕਰਨਾ ਹੈ ਤੁਸੀਂ, ਤਾਂ ਬੱਚਿਆਂ ਨੂੰ ਅਸੀਂ ਟੇਬਲ ਸਿਖਾਉਂਦੇ ਆ। ਦੇਖੋ ਹੁਣ ਮੈਂ ਜਿਹੜੇ ਬੱਚੇ ਮੋਸਟਲੀ ਕਹਿੰਦੇ ਹੁੰਦੇ ਕਿ ਸਾਨੂੰ ਟੇਬਲ ਨਹੀਂ ਯਾਦ ਹੁੰਦੇ, ਉਹਨਾਂ ਵਾਸਤੇ ਈਜ਼ੀ ਜਿਹੜਾ ਹਾਂਜੀ, ਹੁਣ ਇਹ ਐਕਟੀਵਿਟੀ ਹੈ। ਬੱਚਿਆਂ ਨੂੰ ਤੁਸੀਂ ਕਿਹਾ ਕਿ ਤੁਸੀਂ ਟੇਬਲਸ ਲਰਨ ਕਰਕੇ ਆਣੇ ਆ। ਹੁਣ ਮੈਂ ਬੱਚਿਆਂ ਨੂੰ ਪੁੱਛਿਆ ਵਾਟ ਇਜ਼ 5 4s ਆਰ, ਤੇ ਹੁਣ ਇੱਥੇ ਬੱਚਾ ਆਪ ਐਕਟੀਵਿਟੀ ਕਰੇਗਾ, ਜਾਂ ਮੈਂ ਬੱਚਿਆਂ ਨੂੰ ਪੁੱਛਿਆ ਵਾਟ ਇਜ਼ 5 7s ਆਰ, ਮੈਂ ਇਹ ਸੈੱਟ ਕਰਕੇ ਦੇਤਾ, ਬੱਚੇ ਨੇ ਇਹ ਵਾਲੀ ਰੋ ਨੂੰ ਸੈੱਟ ਕਰਨਾ ਹੈ। ਤਾਂ 5 7s ਆਰ ਇਜ਼ 35, तो पहले वो 3 लेके आएगा तो यह 5 लेके आएगा, सो 5 7s are 35। सो ਇਹ ਐਕਟੀਵਿਟੀ ਫਨ ਇੰਗੇਜਿੰਗ ਵੇਜ਼ ਨੇ। ਬੇਸਿਕਲੀ ਜੇ ਬੱਚੇ ਨੂੰ ਤੁਸੀਂ ਆਪਣੇ ਨਾਲ ਜੋੜ ਲਿਆ ਤੇ ਉਹਨੂੰ ਵੀ ਹੋਏਗਾ ਕਿ ਮੈਮ ਨੇ ਮੈਨੂੰ ਕੱਲ ਕੁਐਸਚਨ ਪੁੱਛਣਾ ਹੈ, ਮੈਨੂੰ ਟੇਬਲਸ ਪੁੱਛਣੇ ਹੈ, ਮੈਂ ਲਰਨ ਕਰਕੇ ਜਾਣਾ ਹੈ, ਤਾਂ ਉਹ ਵੀ ਕੱਲ ਲਰਨ ਕਰਕੇ ਆਏਗਾ। ਤਾਂ ਇਹ ਐਕਟੀਵਿਟੀ ਉਹ ਕਹੇਗਾ ਕਿ ਮੈਮ ਮੇਰੀ ਟਰਨ ਹੈ। ਤਾਂ ਉਹ ਜਦੋਂ ਤੁਹਾਡੇ ਨਾਲ ਇੰਗੇਜ ਹੋ ਗਿਆ ਤਾਂ ਤੁਹਾਨੂੰ ਆਪਣੇ ਆਪ ਹੁੰਦੇ ਤੋਂ ਰਿਸਪੌਂਸ ਮਿਲਣਾ ਸ਼ੁਰੂ ਹੋ ਜਾਣਾ ਹੈ। ਸੋ ਦੈਟ ਇਜ਼ ਦ ਬਿਊਟੀ ਆਫ ਮੈਥਮੈਟਿਕਸ। ਜੇ ਇੱਕ ਵਾਰੀ ਤੁਸੀਂ ਬੱਚੇ ਨੂੰ ਆਪਣੇ ਨਾਲ ਜੋੜ ਲਿਆ ਤਾਂ ਆਪਣੇ ਆਪ ਉਹਨੇ ਰਿਸਪੌਂਸ ਦੇਣਾ ਸ਼ੁਰੂ ਕਰ ਦੇਣਾ ਤੇ ਤੁਹਾਡਾ ਕੰਮ ਹੋ ਜਾਣਾ ਹੈ। ਹੁਣ ਜੇ ਬੱਚਿਆਂ ਨੂੰ ਅਸੀਂ ਟਾਈਪਸ ਆਫ ਐਂਗਲਸ ਕਰਾਣੇ ਹੈ, ਜਾਂ ਫੋਰ ਐਗਜ਼ਾਮਪਲ ਅਸੀਂ ਬੱਚਿਆਂ ਨੂੰ ਇਹ ਵਾਲਾ ਕਰਵਾਉਣਾ ਹੈ 2D to 3D ਸ਼ੇਪਸ। ਹੁਣ ਇਹ ਬਹੁਤ ਵਧੀਆ TLM ਹੈ ਜਿਹਦੇ 'ਚ ਅਸੀਂ ਬੱਚਿਆਂ ਨੂੰ ਕਿਊਬੋਇਡ ਬਾਰੇ ਦੱਸਦੇ ਹਾਂ। ਹੁਣ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਜਿਹੜਾ ਕਿਊਬ ਹੁੰਦਾ ਹੈ ਉਹਦੇ 6 ਸਕੁਆਇਰ ਫੇਸਿਸ ਹੁੰਦੇ ਆ, ਤੇ ਬੱਚਾ ਕਾਊਂਟ ਕਰ ਸਕਦਾ ਕਿ ਕਿੰਨੇ ਸਕੁਆਇਰਸ ਬਣੇ ਇਹਦੇ 'ਚ 1 2 3 4 5 6। ਤੇ ਜਦੋਂ ਇਹ ਇਹਦਾ ਥ੍ਰੈਡ ਪੁੱਲ ਕਰਦਾ ਹੈ ਤਾਂ ਇਹ ਬਣ ਜਾਂਦਾ ਕਿਊਬ ਦੀ ਸ਼ੇਪ। ਪਹਿਲੇ ਉਹ 2D ਸੀ, ਹੁਣ ਉਹ 3D ਸ਼ੇਪ ਕਿਊਬ ਬਣ ਗਿਆ। ਜਿਹਦੇ ਨਾਲ ਸਾਈਜ਼ ਵੀ ਪਤਾ ਲੱਗ ਗਿਆ। ਹਾਂਜੀ। ਤੇ ਹੁਣ ਇਹ ਵਾਲਾ ਜਿਹੜਾ ਬੱਚਾ ਕਰੇਗਾ ਇਹਦੇ 'ਚ ਰੈਕਟੈਂਗਲ ਫੇਸਿਸ ਬਣ ਰਹੇ। ਬੱਚਿਆਂ ਨੂੰ ਪਹਿਲੇ ਤਾਂ ਇਹ ਹੀ ਨਹੀਂ ਸਮਝ ਆਉਂਦਾ ਕਿ ਕਿਊਬ ਤੇ ਕਿਊਬੋਇਡ 'ਚ ਕੀ ਫਰਕ ਹੁੰਦਾ। ਕਿਊਬ ਹੁੰਦਾ ਹੈ ਜਿਹਦੇ 'ਚ ਫੇਸਿਸ ਸਕੁਆਇਰ ਸ਼ੇਪਡ ਹੁੰਦੇ ਨੇ, ਕਿਊਬੋਇਡ ਹੁੰਦਾ ਹੈ ਜਿਹਦੇ 'ਚ ਫੇਸਿਸ ਰੈਕਟੈਂਗਲ ਸ਼ੇਪ ਨੇ। ਇਹਨੂੰ ਜਦੋਂ ਉਹਨੇ ਥ੍ਰੈਡ ਪੁੱਲ ਕੀਤਾ ਤੇ ਕਿਊਬ ਬਣ ਗਿਆ 3D ਸ਼ੇਪ। ਇਹਨੂੰ ਜਦੋਂ ਪੁੱਲ ਕਰੇਗਾ ਤਾਂ ਕਿਊਬੋਇਡ ਬਣ ਜਾਏਗਾ, ਦੈਟ ਇਜ਼ ਆਲਸੋ ਅ 3D ਸ਼ੇਪ। ਉਸੇ ਤਰ੍ਹਾਂ ਇਹ ਵਾਲੇ ਫੇਸਿਸ 3 ਫੇਸਿਸ ਰੈਕਟੈਂਗਲ ਨੇ ਤੇ 2 ਫੇਸਿਸ ਟ੍ਰਾਇੰਗਲ ਨੇ, ਤੇ ਜਦੋਂ ਇਹਨੂੰ ਆਪਾਂ ਪੁੱਲ ਕਰਾਂਗੇ ਤਾਂ ਇਹ ਟ੍ਰਾਇੰਗੂਲਰ ਪ੍ਰਿਜ਼ਮ ਬਣ ਜਾਏਗਾ। ਤੇ ਪੌਪ ਅੱਜਕੱਲ ਬਹੁਤ ਪਸੰਦ ਕਰਦੇ ਨਾ। ਤੇ ਹੁਣ ਇਹ ਵਾਲੇ ਜਿੰਦਾ ਇਹਦੇ 'ਚ 4 ਟ੍ਰਾਇੰਗੂਲਰ ਫੇਸਿਸ ਨੇ ਤੇ ਇਹਨੂੰ ਪੁੱਲ ਕਰਨ ਤੇ ਸਾਡੇ ਕੋਲ ਟ੍ਰਾਇੰਗੂਲਰ ਪਿਰਾਮਿਡ ਬਣ ਜਾਏਗਾ। ਤੇ ਇਹ ਜਦੋਂ ਬੱਚੇ ਵਿਜ਼ੂਅਲਾਈਜ਼ ਕਰਕੇ ਦੇਖਦੇ ਆ, ਇੱਕ ਤਾਂ ਉਹਨਾਂ ਨੂੰ ਭੁੱਲਦਾ ਨਹੀਂ ਹੈ ਕਿ ਇਹ ਕਿਊਬ ਹੈ, ਕਿਊਬੋਇਡ ਹੈ, ਟ੍ਰਾਇੰਗੂਲਰ ਪ੍ਰਿਜ਼ਮ ਹੈ, ਇਹ ਪਿਰਾਮਿਡ ਹੈ। ਇੱਕ ਤਾਂ ਉਹਨਾਂ ਨੂੰ 3D ਸ਼ੇਪਸ ਯਾਦ ਹੋ ਜਾਂਦੀ ਹੈ, ਇੱਕ ਉਹਨਾਂ ਨੂੰ ਫੇਸਿਸ, ਵਰਟਿਸਿਸ, ਐਜਸ ਸਾਰਾ ਈਜ਼ੀਲੀ ਲਰਨ ਹੋ ਜਾਂਦਾ ਹੈ। ਤੇ ਉਹਨਾਂ ਦਾ ਅਸੀਂ ਵੋਲਿਊਮ ਕਿੱਦਾਂ ਕੱਢਣੀ ਹੈ ਜਾਂ ਸਰਫੇਸ ਏਰੀਆ ਕਿੱਦਾਂ ਕੱਢਣਾ ਹੈ, ਤੇ ਉਹ ਸਭ ਇੱਕ ਸਿੰਪਲ ਜੀ TLM ਨਾਲ ਸ਼ੀਟ ਨਾਲ ਬੱਚਿਆਂ ਨੂੰ ਕਲੀਅਰ ਹੋ ਜਾਂਦਾ ਹੈ। ਬਿਲਕੁਲ ਇਹ ਚੀਜ਼ਾਂ ਮੈਨੂੰ ਲੱਗਦੀਆਂ ਨੇ ਕਿ ਮਾਈਂਡ ਦੇ ਵਿੱਚ ਬਹੁਤ ਜਲਦੀ ਬੈਠ ਜਾਣਗੀਆਂ, ਰੈਦਰ ਦੈਨ ਵੀ ਆਪਾਂ ਬੁੱਕ ਸਟੱਡੀ ਕਰਦੇ ਰਹੀਏ। ਔਰ ਬੱਚੇ ਜਿਹੜੇ ਨੇ ਮੈਥਸ ਦੀ ਬੁੱਕ ਜਿਹੜੀ ਹੈ ਨਾ ਆਪਣੀ 9th 10th ਦੀ, ਉਹ ਵੀ ਇੰਨੀ ਮੋਟੀ ਹੁੰਦੀ ਆ, ਉਹਨੂੰ ਦੇਖ ਕੇ ਬੱਚੇ ਡਰ ਜਾਂਦੇ ਕਿ ਇਹ ਤਾਂ ਬਹੁਤ ਲੈਂਥੀ ਹੈ, ਸਾਨੂੰ ਸਾਰਾ ਕੁਝ ਪੜ੍ਹਨਾ ਪਊਗਾ। ਬਟ ਜੇ ਤੁਸੀਂ ਮਿਲ ਗਏ ਟੀਚਰਸ, ਤੁਹਾਡੇ ਵਰਗੇ ਟੀਚਰਸ ਹੋਣ, ਫਿਰ ਨਹੀਂ ਮੈਨੂੰ ਲੱਗਦਾ ਵੀ ਬੱਚੇ ਜਿਹੜੇ ਕਿੱਥੇ ਰਹਿ ਸਕਦੇ ਪਿੱਛੇ। ਤੇ ਮੈਮ ਵੱਡੀਆਂ ਕਲਾਸਿਸ ਦੇ ਵਿੱਚ ਆ ਕੇ ਨਾ ਬਹੁਤ ਬਰਡਨ ਪੈ ਜਾਂਦਾ, ਬਾਕੀ ਸਬਜੈਕਟ ਵੀ ਹੁੰਦੇ ਆ, ਲਰਨਿੰਗ ਸਬਜੈਕਟ ਬਹੁਤ ਜ਼ਿਆਦਾ ਹੋ ਜਾਂਦੇ, ਤੇ ਮੈਥਸ ਜਿਹੜਾ ਥੋੜਾ ਇਗਨੋਰ ਹੋ ਜਾਂਦਾ। ਉਹਨਾਂ ਵਾਸਤੇ ਕੀ ਖਾਸ ਤੁਹਾਡੇ ਕੋਲ ਪ੍ਰੋਜੈਕਟਸ ਹੈ? ਮੈਥ ਮੈਨੂੰ ਲੱਗਦਾ ਕਿ ਚਾਹੇ ਜਿਹੜੀ ਮਰਜ਼ੀ ਕਲਾਸ ਹੈ, ਤੁਸੀਂ ਦੇਖੋ ਮੈਂ ਤਾਂ ਹਮੇਸ਼ਾ ਇਹ ਕਹਿੰਦੀ ਕਿ ਜਿਹੜੀ ਮੈਥਮੈਟਿਕਸ ਦੀ ਲਰਨਿੰਗ ਹੈ ਦੈਟ ਇਜ਼ ਲਾਈਕ ਮੇਕਿੰਗ ਆਫ ਅ ਬਿਲਡਿੰਗ। ਜੇ ਤੁਹਾਡੀ ਫਾਊਂਡੇਸ਼ਨ ਸਟਰੋਂਗ ਨੇ, ਹੁਣ FLN ਕੋਰਸ ਹੁੰਦਾ ਫਾਊਂਡੇਸ਼ਨ ਲਿਟਰੇਸੀ ਐਂਡ ਨਿਊਮਰੇਸੀ, ਜਿਹਦੇ 'ਚ ਬੇਸਿਕ ਬੱਚਿਆਂ ਨੂੰ ਆਪਰੇਸ਼ਨਸ ਲਾਈਕ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਉਹ ਸਿਖਾਉਂਦੇ ਆ ਆਪਾਂ, ਜਿੱਦਾਂ 1st to 5th ਕਲਾਸ। ਉਸ ਤੋਂ ਬਾਅਦ ਜਦੋਂ ਬੱਚਾ 6th 'ਚ ਆਇਆ, 7th 'ਚ ਆਇਆ, 8th 'ਚ ਆਇਆ, ਹਾਇਰ ਕਲਾਸਿਸ ਜਿਹੜੇ ਵੀ ਉਹਨੇ ਫਾਰਮੂਲਾਜ਼ ਜਾਂ ਪ੍ਰੋਪਰਟੀਜ਼ 6 to 8th 'ਚ ਲਰਨ ਕੀਤੇ, ਉਹ ਉਹਨੇ 9th 10th 'ਚ ਯੂਜ਼ ਕਰਨੇ ਆ। ਤੇ ਜਿੱਦਾਂ ਆਪਣੀ ਇੱਕ ਬਿਲਡਿੰਗ ਹੁੰਦੀ ਹੈ, ਜੇ ਆਪਾਂ ਤੀਜੀ ਮੰਜ਼ਿਲ ਬਣਾਉਣੀ ਹੈ ਤਾਂ ਪਹਿਲੇ ਗਰਾਊਂਡ ਫਲੋਰ ਬਣਾਵਾਂਗੇ, ਪਹਿਲੀ ਮੰਜ਼ਿਲ, ਦੂਜੀ ਮੰਜ਼ਿਲ। ਜੇ ਆਪਾਂ 10th ਫਲੋਰ ਬਣਾਉਣੀ ਹੈ, 10th ਕਲਾਸ ਪੜ੍ਹਨੀ ਹੈ, ਤੇ ਆਪਾਂ ਪਹਿਲੇ 9th ਤੱਕ ਫਲੋਰ ਬਣਾਵਾਂਗੇ। ਉਸੇ ਤਰ੍ਹਾਂ ਜੇ ਆਪਾਂ 9th ਤੱਕ ਦਾ ਕੰਮ ਯਾਦ ਕਰਾਂਗੇ, ਉਹਨੂੰ ਸਮਝਾਂਗੇ, ਤਾਂ ਹੀ ਅਸੀਂ ਉਹਨੂੰ ਅਪਲਾਈ ਕਰ ਸਕਾਂਗੇ ਇਨ 10th ਸਟੈਂਡਰਡ। ਸੋ ਇਹ ਜਿਹੜਾ ਪ੍ਰੋਸੈਸ ਹੈ ਦੈਟ ਇਜ਼ ਅ ਕੰਟੀਨਿਊਸ ਪ੍ਰੋਸੈਸ। ਤੁਸੀਂ ਕਹੋ ਕਿ ਮੈਂ ਸਿੱਧਾ ਜਾ ਕੇ 10ਵੀਂ ਦੀ ਪੜ੍ਹਾਈ ਕਰਨਾ, ਦੈਟ ਇਜ਼ ਨਾਟ ਪੋਸੀਬਲ। ਇਸੇ ਵਾਸਤੇ ਮੈਂ ਬੱਚਿਆਂ ਨੂੰ ਹਮੇਸ਼ਾ ਪ੍ਰੈਕਟੀਕਲ ਫਾਈਲਸ ਵਾਸਤੇ ਵੀ ਕਹਿੰਦੀ ਹਾਂ ਕਿ ਇੱਕ ਕਲਾਸ ਦੀ ਤੁਸੀਂ ਫਾਈਲ ਨਹੀਂ ਬਣਾਉਣੀ, ਲਾਈਕ ਜਿੱਦਾਂ ਨਾਰਮਲ ਪ੍ਰੈਕਟੀਕਲ ਫਾਈਲਸ ਹੁੰਦੀਆਂ, ਆਪਾਂ 6th 'ਚ ਬਣਾਈ, 7th 'ਚ ਬਣਾਈ, ਉਹਨੂੰ ਡਿਸਕਾਰਡ ਕਰਤਾ। ਨੋ, ਤੁਸੀਂ ਆਪਣੀ ਪ੍ਰੈਕਟੀਕਲ ਫਾਈਲ ਨੂੰ ਕੈਰੀ ਫਾਰਵਰਡ ਕਰਨਾ ਹੈ, ਜਿਹਨੂੰ ਮੈਂ ਹਮੇਸ਼ਾ ਨਾਮ ਦਿੰਦੀ ਹਾਂ ਇਨੋਵੇਟਿਵ ਐਕਟੀਵਿਟੀ ਫਾਈਲਸ। ਉਹੀ ਫਾਈਲ ਤੁਸੀਂ 6th 'ਚ ਬਣਾਉਣੀ ਹੈ,
ਉਹਨੂੰ ਹੀ ਕੈਰੀ ਕਰਨਾ ਹੈ ਟੂ 7th 8th 9th ਐਂਡ 10th ਤੇ ਉਹੀ ਇੱਕ ਫਾਈਲ ਹੈ, ਫਲੈਪ ਫਾਈਲ ਹੁੰਦੀ ਹੈ ਤੇ ਉਹਦੇ ਵਿੱਚ ਨੰਬਰ ਆਫ ਪੇजेस ਦੀ ਲਿਮਿਟੇਸ਼ਨ ਨਹੀਂ ਹੁੰਦੀ, ਫਲੈਪਸ ਹੁੰਦੇ ਆ। ਹੁਣ ਜਿੱਦਾਂ ਇਹ ਵੀ ਹੈ, ਇਹ ਸਾਰੀ ਦੇਖੋ ਫਲੈਪ ਫਾਈਲ ਹੈ ਜੀ ਜੀ ਜੀ। ਇਹਦੇ 'ਚ ਤੁਸੀਂ ਜਿੰਨੇ ਮਰਜ਼ੀ ਪਾਈ ਜਾਓ ਪੰਚ ਕਰਕੇ। तो बेसिकली जे पहले बच्चा 6 ਦੀ ਐਕਟੀਵਿਟੀਜ਼ ਪਾ ਦੇ, ਫਿਰ 8 ਦੀ ਪਾ ਦੇ, ਫਿਰ 9 10 ਦੀ ਪਾ ਦੇ, ਤਾਂ ਉਹਦੀ ਫਲੈਪ ਫਾਈਲ ਤਿਆਰ ਹੁੰਦੀ ਜਾਂਦੀ ਹੈ। ਹੁਣ ਜਿੱਦਾਂ ਇਹ ਨਾਰਮਲ ਐਲਜੈਬਰਿਕ ਆਇਡੈਂਟੀਟੀ ਹੈ, ਇੱਕ ਤਰੀਕਾ ਹੈ ਮੈਂ ਬੱਚੇ ਨੂੰ ਬੋਰਡ ਤੇ ਜਾ ਕੇ ਲਿਖ ਕੇ ਦੇ ਦਾਂ a + b ਦਾ ਸਕੁਆਇਰ ਕੀ ਹੁੰਦਾ ਬੇਟਾ, a² + 2ab + b²। ਇੱਕ ਹੈ ਕਿ ਮੈਂ ਉਹਨੂੰ ਵਿਜ਼ੂਅਲਾਈਜ਼ ਕਰਾਇਆ ਕਿ ਬੇਟਾ ਫਾਰਮੂਲਾ ਬਣਿਆ ਕਿੱਦਾਂ। ਹੁਣ ਜਿੱਦਾਂ ਮੈਂ ਸਪੋਜ਼ a ਤੇ b ਹੈ, ਇਹ ਮੇਰੀ a ਹੈ, ਇਹਨੂੰ ਮੈਂ 10 ਸੈਂਟੀਮੀਟਰ ਲੈ ਲਿਆ, ਇਹ b ਨੂੰ ਮੈਂ ਲੈ ਲਿਆ 2 ਸੈਂਟੀਮੀਟਰ, ਤੇ a ਦਾ ਸਕੁਆਇਰ ਹੋ ਗਿਆ that is 10/10 ਤੇ 2 ਦਾ ਸਕੁਆਇਰ ਹੋ ਗਿਆ that is 4, 2 square is 4 and this 10 square is 100। ਤੇ ਇਹ ਜਿਹੜਾ ਹੈ that is a, ये एक रेक्टेंगल बन रहा है that is 10 × 2, so इसका एरिया कितना आ गया 20 and this is again 10 and this is 2। तो a भी दो बारी आया, एक बारी a² आया, एक बारी b², so फॉर्मूला डेवलप हो जाता है a² + 2ab + b²। तो ਜਦੋਂ ਬੱਚਾ ਵਿਜ਼ੂਅਲਾਈਜ਼ ਕਰਕੇ ਫਾਰਮੂਲਾ ਲਰਨ ਕਰਦਾ ਤਾਂ ਇਟ ਇਜ਼ ਵੈਰੀ ਈਜ਼ੀ। ਹੁਣ ਜਿੱਦਾਂ ਤੁਸੀਂ 10th ਦੀ ਗੱਲ ਕਰ ਰਹੇ ਸੀ ਕਿ 9 10th ਵਿੱਚ ਟੌਪਿਕ ਆਉਂਦਾ ਹੈ ਪਾਈ ਚਾਰਟ। ਉਹਦੇ 'ਚ ਤੁਸੀਂ ਸਰਕਲ ਵਿੱਚ ਐਕਸਪ੍ਰੈਸ ਕਰਨੇ ਹੁੰਦੇ ਆ, ਐਂਗਲਸ ਐਕਸਪ੍ਰੈਸ ਕਰਨੇ ਹੁੰਦੇ ਆ, ਸੈਂਟਰਲ ਐਂਗਲ ਕਿ ਕਿਹੜੀ ਚੀਜ਼ ਦੇ ਕਿੰਨੇ ਐਂਗਲਸ ਹੈ। ਹੁਣ ਇਹ ਦੇਖੋ ਸਰਕੂਲਰ ਪਾਈ ਚਾਰਟ ਬਣਾਇਆ, ਇਹ ਵੀ ਇੱਕ ਵਰਕਿੰਗ ਮਾਡਲ ਹੈ। ਇਹਦੇ 'ਚ ਤੁਸੀਂ ਐਂਗਲਸ ਨੂੰ ਮੂਵ ਕਰ ਸਕਦੇ ਹੋ। ਹੁਣ ਜਿੱਦਾਂ ਰੈੱਡ ਪੋਰਸ਼ਨ ਹੈ ਉਹ 0 ਤੋਂ ਸ਼ੁਰੂ ਹੋ ਕੇ 60 ਤੱਕ ਜਾ ਰਿਹਾ ਹੈ, ਸੋ ਰੈੱਡ ਪੋਰਸ਼ਨ ਇਜ਼ ਰਿਪਰੈਜ਼ੈਂਟਿੰਗ 60 ਡਿਗਰੀ। ਜਿਹੜਾ ਔਰੇਂਜ ਪੋਰਸ਼ਨ ਹੈ ਉਹ 0 ਤੋਂ ਲੈ ਕੇ 80 ਤੱਕ ਜਾ ਰਿਹਾ ਹੈ, ਸੋ ਇਟ ਇਜ਼ ਰਿਪਰੈਜ਼ੈਂਟਿੰਗ 80 ਡਿਗਰੀ। ਠੀਕ ਹੈ, ਯੈਲੋ ਪੋਰਸ਼ਨ ਹੈ ਉਹ 0 ਤੋਂ ਲੈ ਕੇ ਹੁਣ 80, ਮੈਂ ਸਪੋਜ਼ ਉਹਨੂੰ 90 ਡਿਗਰੀ ਕਰਤਾ, ਤਾਂ ਮੈਂ ਉਹਨੂੰ ਸੈੱਟ ਕਰ ਸਕਦੀ ਹਾਂ ਐਸ ਵੀ। ਇਹ ਦੇਖੋ ਦਿਸ ਇਜ਼ ਮੂਵਿੰਗ 1, ਸੋ ਮੈਂ ਉਹਨੂੰ ਜਿਹੜੇ ਮਰਜ਼ੀ ਐਂਗਲ 'ਤੇ ਸੈੱਟ ਕਰ ਸਕਦੀ ਹਾਂ। ਸੋ ਦਿਸ ਇਜ਼ 90 ਡਿਗਰੀ। ਜਿਹੜਾ ਪਿੰਕ ਵਾਲਾ ਪੋਰਸ਼ਨ ਹੈ that is representing 30 degree and blue ਵਾਲਾ ਪੋਰਸ਼ਨ ਹੈ that is representing 100 degree। ਸੋ ਜਦੋਂ ਬੱਚਾ ਮੂਵ ਕਰਕੇ ਦੇਖਦਾ ਹੈ ਉਹਨੂੰ ਪਤਾ ਹੈ ਕਿ ਮੈਂ ਇਹਨੂੰ ਜਿਹੜੇ ਮਰਜ਼ੀ ਐਂਗਲ 'ਤੇ ਸੈੱਟ ਕਰ ਸਕਦਾ ਅਤੇ ਉਹਦੇ ਅਕੋਰਡਿੰਗ ਮੈਂ ਆਪਣਾ ਪਾਈ ਚਾਰਟ ਡਿਵੈਲਪ ਕਰ ਸਕਦਾ। ਅਤੇ ਜਦੋਂ ਬੱਚਾ ਵਰਕਿੰਗ ਕਰਕੇ ਇੰਗੇਜ ਹੋ ਜਾਂਦਾ ਐਕਟੀਵਿਟੀ 'ਚ ਤੇ that gives 100% results। ਇੰਨੀ ਮਿਹਨਤ ਅੱਜ ਤੁਹਾਡੀ ਜਿਹੜੀ ਹੈ ਰੰਗ ਲਿਆ ਚੁੱਕੀ ਹੈ ਨਾ। ਹੁਣ ਤੁਸੀਂ ਮਤਲਬ ਪਹਿਲਾਂ ਸਟੇਟ ਅਵਾਰਡ ਲੈ ਲਿਆ, ਹੁਣ ਤੁਸੀਂ ਅੱਗੇ ਜਾ ਰਹੇ ਹੋ ਔਰ ਇਹ ਅਵਾਰਡ ਮਿਲਣ ਵਾਲਾ ਹੈ, ਤਾਂ ਮੈਮ ਅਮਾਊਂਟ ਵੀ ਤੁਹਾਨੂੰ ਮਿਲਣ ਵਾਲੀ ਹੈ। ਕੁਝ ਸੋਚਿਆ, ਕੁਝ ਪਲਾਨ ਕੀਤਾ ਹੈ ਕਿ ਮਤਲਬ ਇੰਨੀ ਮਿਹਨਤ ਕੀਤੀ ਹੈ, ਕੁਝ ਤਾਂ ਸੋਚਿਆ ਹੋਵੇਗਾ ਕਿ ਮੈਂ ਕੀ ਕਰਨਾ ਕੀ ਅਮਾਊਂਟ ਦੇ ਨਾਲ। ਮੈਂ ਬੇਸਿਕਲੀ ਜਿਹੜੇ ਸਬਜੈਕਟ ਮੈਨੂੰ ਜਿਸ ਸਬਜੈਕਟ ਕਰਕੇ ਮੈਥਮੈਟਿਕਸ ਕਰਕੇ ਇਹ ਅਵਾਰਡ ਮਿਲਿਆ, ਤਾਂ ਮੈਂ ਇਹੀ ਸੋਚਿਆ ਕਿ ਮੈਂ ਜਿਹੜੀ ਸਕੂਲ ਦੀ ਆਪਣੀ ਮੈਥਮੈਟਿਕਸ ਲੈਬ ਹੈ, ਪ੍ਰਿੰਸੀਪਲ ਮੈਮ ਦੀ ਪਰਮਿਸ਼ਨ ਦੇ ਨਾਲ ਤੇ ਉਹਨਾਂ ਦੀ ਗਾਈਡੈਂਸ ਦੇ ਅੰਡਰ ਮੈਂ ਉਹ ਲੈਬ ਨੂੰ ਥੋੜ੍ਹਾ ਰੈਨੋਵੇਟ ਅਤੇ ਇੰਪਰੋਵਾਈਜ਼ ਕਰਕੇ ਉਹਨੂੰ ਜ਼ਰੂਰ ਡਿਵੈਲਪ ਕਰਨਾ ਹੈ, ਤਾਂ ਕਿ ਜਿਹੜੇ ਸਬਜੈਕਟ ਕਰਕੇ ਆਈ ਓ ਦਿਸ ਅਵਾਰਡ ਮੈਥਮੈਟਿਕਸ, ਮੈਂ ਉਸ ਸਬਜੈਕਟ ਦੇ ਉੱਤੇ ਜ਼ਰੂਰ ਇਨਵੈਸਟ ਕਰਨਾ ਹੈ। ਬਹੁਤ ਵਧੀਆ, ਕਿਉਂਕਿ ਗੱਲਬਾਤ ਕੀਤੀ ਜਾਂਦੀ ਹੈ ਨਾ, ਜਿੱਥੋਂ ਮਿਲਦਾ ਹੈ ਉੱਥੇ ਦੇਣਾ ਬਹੁਤ ਜ਼ਰੂਰੀ ਹੁੰਦਾ ਬਿਲਕੁਲ। ਐਂਡ ਆਈ ਓ ਦਿਸ ਅਵਾਰਡ ਟੂ ਮਾਈ ਸਟੂਡੈਂਟਸ ਐਂਡ ਮਾਈ ਸਬਜੈਕਟ ਮੈਥਮੈਟਿਕਸ। ਤਾਂ ਮੈਂ ਉਹਨਾਂ ਦੇ ਵਿੱਚ ਆਪਣੇ ਸਟੂਡੈਂਟਸ ਦੇ ਵਿੱਚ ਅਤੇ ਆਪਣੇ ਸਬਜੈਕਟਸ ਜ਼ਰੂਰ ਇਨਵੈਸਟ ਕਰਾਂਗੀ ਫਰੋਮ ਦੀ ਪ੍ਰਾਈਜ਼ ਅਮਾਊਂਟ।